ਧੰਨ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਧੰਨ ਵਾਹਿਗੁਰੂ ਜੀ। ਬਿਲਾਵਲ ਮਹਲਾ ਨੌਵਾਂ। ਹਰ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸੰਸਾ ਨਹਿ ਚੂਕੈ। ਗੁਰ ਇਹੋ ਭੇਦ ਬਤਾਵੈ, ਹਰ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸੰਸਾ ਨਹਿ ਚੂਕੈ। ਗੁਰ ਇਹੋ ਭੇਦ ਬਤਾਵੈ। ਰਹਾਉ ਕਹਾ ਪਇਓ ਤੀਰਥ ਬ੍ਰਤ ਕੀਏ, ਰਾਮ ਸ਼ਰਨ ਨਹੀਂ ਆਵੈ। ਜੋਗ ਜਗ ਨਿਹਫਲ ਤਿਹ ਮਾਨੋ, ਜੋ ਪ੍ਰਭ ਜਸ ਬਿਸਰਾਵੈ। ਮਾਨ ਮੋਹ ਦੋਨੋਂ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੈ। ਕਹੋ ਨਾਨਕ ਇਹ ਬੇਦ ਕੋ ਪ੍ਰਾਨੀ, ਜੀਵਨ ਮੁਕਤ ਕਹਾਵੈ। ਮਾਨ ਮੋਹ ਦੋਨੋਂ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੈ। ਕਹੋ ਨਾਨਕ ਇਹ ਬੇਦ ਕੋ ਪ੍ਰਾਨੀ, ਜੀਵਨ ਮੁਕਤ ਕਹਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਮੁਬਾਰਕ ਬਾਣੀ ਨਾਲ ਸਾਂਝ ਬਣਾਉਣ ਦਾ ਸਤ ਸੰਗਤ ਰੂਪ ਵਿੱਚ ਸੱਜ ਬੈਠਣ ਦਾ ਇਹ ਸੁਭਾਗ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਲੜੀਵਾਰ ਕਥਾ ਵਿਚਾਰ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਨੌਵੇਂ ਗੁਰੂਦੇਵ ਜੀ ਦੀ ਪਾਵਨ ਬਾਣੀ ਦੀ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਨੂੰ ਵਿਚਾਰਨ ਅਤੇ ਸਮਝਣ ਦਾ ਯਤਨ ਕੋਸ਼ਿਸ਼ ਸਤਿਗੁਰੂ ਦੀ ਮਿਹਰ ਸਦਕਾ ਆਪਾਂ ਕਰ ਰਹੇ ਹਾਂ। ਬਿਲਾਵਲ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਦੇ ਕੁੱਲ 3 ਸ਼ਬਦ ਦਰਜ ਹਨ, ਜਿਸ ਵਿੱਚੋਂ ਆਪ ਜੀ ਨੇ ਕ੍ਰਮ ਅੰਕ ਮੁਤਾਬਕ ਦੂਸਰਾ ਸ਼ਬਦ ਪਾਠ ਦੇ ਰੂਪ ਵਿੱਚ ਸੁਣਿਆ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 830 ਅਤੇ 831 ਉੱਪਰ ਸੁਭਾਇਮਾਨ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਮਨੁੱਖ ਦੇ ਜੀਵਨ ਵਿੱਚ ਦੁੱਖ ਕਿਉਂ ਆਉਂਦਾ ਹੈ,
ਇਸ ਦਾ ਮੂਲ ਕਾਰਨ ਆਪਣੇ ਅਨੁਭਵ ਵਿੱਚੋਂ ਸਾਨੂੰ ਦੱਸਣ ਦੀ ਕਿਰਪਾਲਤਾ ਕੀਤੀ ਹੈ। ਦਰਅਸਲ ਜੇ ਸੰਖੇਪ ਔਰ ਸੌਖੀ ਵਿਆਖਿਆ ਇਸ ਪ੍ਰਥਾਏ ਆਪਾਂ ਜਾਣਨੀ ਜਾਂ ਸਮਝਣੀ ਜਾਂ ਵਿਚਾਰਨੀ ਚਾਹੀਏ ਤਾਂ ਦੁੱਖ ਉਹ ਅਨੁਭਵ ਹੈ ਜੋ ਅਸੀਂ ਨਹੀਂ ਕਰਨਾ ਚਾਹੁੰਦੇ। ਭਾਵ ਇੱਕ ਉਹ ਵਸਤੂ ਹੈ ਜੋ ਅਸੀਂ ਅਪਣਾਉਣਾ ਚਾਹੁੰਦੇ ਹਾਂ। ਅਪਣਾਈ ਜਾਣ ਵਾਲੀ ਕੋਈ ਵੀ ਚੀਜ਼ ਦੇ ਪ੍ਰਤੀ ਸਾਡਾ ਇਹ ਖਿਆਲ, ਸਾਡਾ ਇਹ ਵਿਸ਼ਵਾਸ ਜਾਂ ਸਾਡਾ ਇਹ ਜਜ਼ਬਾ ਹੁੰਦਾ ਹੈ। ਇਉਂ ਕਹਿ ਲਓ ਵੀ ਅਸੀਂ ਮਹਿਸੂਸ ਕਰਦੇ ਹਾਂ, ਸਾਡੀ ਫੀਲਿੰਗ ਹੁੰਦੀ ਹੈ ਕਿ ਇਹ ਸਾਡੇ ਲਈ ਠੀਕ ਹੈ। ਹਰ ਉਹ ਵਸਤੂ, ਹਰ ਉਹ ਚੀਜ਼ ਜਿਸ ਵਿੱਚੋਂ ਅਸੀਂ ਫੀਲ ਕਰੀਏ, ਮਹਿਸੂਸ ਕਰੀਏ ਕਿ ਇਹ ਸਾਡੇ ਲਈ ਸਹੀ ਨਹੀਂ ਹੈ, ਅਸੀਂ ਉਸ ਨੂੰ ਛੱਡਣਾ ਚਾਹੁੰਦੇ ਹਾਂ, ਉਸ ਤੋਂ ਦੂਰ ਹੋਣਾ ਚਾਹੁੰਦੇ ਹਾਂ, ਉਸ ਤੋਂ ਮੁਕਤ ਹੋਣਾ ਚਾਹੁੰਦੇ ਹਾਂ, ਉਸ ਤੋਂ ਅਲੈਹਦਗੀ ਚਾਹੁੰਦੇ ਹਾਂ। ਅਤੇ ਜਿਹੜੀ ਚੀਜ਼ ਸਾਡੀ ਮਨ ਦੀ ਫੀਲਿੰਗ ਦੇ ਮੁਤਾਬਕ, ਸਾਡੀ ਭਾਵਨਾ ਦੇ ਮੁਤਾਬਕ ਸਾਨੂੰ ਲੱਗਦਾ ਸਹੀ ਨਹੀਂ, ਜਦੋਂ ਸਾਨੂੰ ਉਹ ਮਿਲਦੀ ਹੈ ਜਾਂ ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਉਹਦੇ ਨਾਲ ਸਾਡੀ ਕਿਤੇ ਸਾਂਝ ਬਣਨ ਦਾ ਅਵਸਰ ਬਣਦਾ ਹੈ ਤਾਂ ਸਾਨੂੰ ਠੇਸ ਪਹੁੰਚਦੀ ਹੈ, ਤਕਲੀਫ ਹੁੰਦੀ ਹੈ। ਸੋ ਸੌਖੇ ਸ਼ਬਦਾਂ ਦੇ ਵਿੱਚ ਜਿਹੜੀ ਚੀਜ਼ ਅਸੀਂ ਅਪਣਾਉਣਾ ਨਹੀਂ ਚਾਹੁੰਦੇ ਉਹ ਹਰ ਚੀਜ਼ ਸਾਡੇ ਲਈ ਤਕਲੀਫਦੇਹ ਹੈ, ਦੁਖਦਾਈ ਹੈ। ਸਤਹੀ ਤੌਰ ਉੱਤੇ, ਬਾਹਰੀ ਤੌਰ ਉੱਤੇ ਅਸੀਂ ਬੜੇ ਹਲਕੇ ਪੱਧਰ ਉੱਤੇ ਸੁੱਖ ਅਤੇ ਦੁੱਖ ਦੀ ਵਿਆਖਿਆ ਕਰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਦਾ ਇਹ ਮੰਨਣਾ ਹੈ ਕਿ ਸਾਡੇ ਦੁੱਖਾਂ ਦੀ ਵਜ੍ਹਾ ਇੱਕ ਖਾਸ ਕਿਸਮ ਦੀ ਅਗਿਆਨਤਾ ਹੈ। ਵੈਸੇ ਤਾਂ ਸੰਸਾਰ ਦੀਆਂ ਕਈ ਚੀਜ਼ਾਂ ਪ੍ਰਤੀ ਅਸੀਂ ਅਗਿਆਨੀ ਹੋ ਸਕਦੇ ਹਾਂ। ਅਸੀਂ ਆਪਣੇ ਘਰ ਤੋਂ ਬਾਹਰ ਤੁਰਦੇ ਹਾਂ, ਨਿਕਲਦੇ ਹਾਂ, ਅਸੀਂ ਕਿਤੇ ਜਾਣਾ ਚਾਹੁੰਦੇ ਹਾਂ, ਸਾਨੂੰ ਰਸਤੇ ਦਾ ਨਹੀਂ ਪਤਾ, ਇਹ ਵੀ ਇੱਕ ਕਿਸਮ ਦਾ ਅਗਿਆਨ ਹੈ। ਪਰ ਇਸ ਬਾਬਤ ਕਿਸੇ ਨੂੰ ਪੁੱਛਿਆ ਜਾ ਸਕਦਾ ਹੈ, ਰਸਤੇ ਉੱਤੇ ਲੱਗੇ ਹੋਏ ਬੋਰਡ ਪੜ੍ਹ ਕੇ ਜਾਇਆ ਜਾ ਸਕਦਾ ਹੈ। ਇਹ ਅਗਿਆਨ ਇੰਨਾ ਤਕਲੀਫਦੇਹ ਨਹੀਂ, ਇਹ ਬਹੁਤ ਛੋਟੀ ਗੱਲ ਹੈ। ਅਸੀਂ ਕੋਈ ਮਸ਼ੀਨ ਖਰੀਦਦੇ ਹਾਂ, ਉਹ ਸਾਨੂੰ ਚਲਾਉਣੀ ਨਹੀਂ ਆਉਂਦੀ, ਅਸੀਂ ਕਿਸੇ ਦੀ ਮਦਦ, ਹੈਲਪ ਲੈ ਕੇ ਜਾਂ ਕਿਤੇੋਂ ਸਿੱਖ ਕੇ ਜਾਂ ਉਹਦਾ ਮੈਨਿਊ ਪੜ੍ਹ ਕੇ ਜਾਂ ਜੋ ਉਹਦੇ ਪ੍ਰਤੀ ਦੱਸਿਆ ਗਿਆ ਹੁੰਦਾ ਹੈ, ਅਸੀਂ ਉਸ ਨੂੰ ਪੜ੍ਹਨ ਤੋਂ ਬਾਅਦ ਉਸ ਨੂੰ ਚਲਾਉਣ ਦਾ ਪ੍ਰਯਾਸ, ਯਤਨ ਕਰਦੇ ਹਾਂ। ਇਹ ਵੀ ਆਪਣੇ ਆਪ 'ਚ ਇੱਕ ਅਗਿਆਨ ਹੁੰਦਾ ਹੈ। ਕਿਸੇ ਚੀਜ਼ ਦੇ ਪ੍ਰਤੀ ਬੋਧ ਨਾ ਹੋਣਾ, ਜਾਣਕਾਰੀ ਨਾ ਹੋਣਾ, ਇਹ ਅਗਿਆਨ ਹੈ। ਐਸੇ ਅਨੇਕ ਹੀ ਕਿਸਮ ਦੇ ਅਗਿਆਨ ਕਹੇ ਜਾ ਸਕਦੇ ਨੇ, ਪਰ ਸਭ ਤੋਂ ਵੱਡਾ ਅਗਿਆਨ ਜਿਸ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਕੀਤੀ ਗਈ ਹੈ ਉਹ ਹੈ ਆਪੇ ਦਾ ਬੋਧ ਨਾ ਹੋਣਾ, ਆਪਣੇ ਆਪ ਦਾ ਗਿਆਨ ਨਾ ਹੋਣਾ, ਆਪਣੀ ਚੇਤਨਾ ਨੂੰ ਵਿਕਸਿਤ ਨਾ ਕਰ ਸਕਣਾ, ਆਪਣੇ ਜੀਵਨ ਦੇ ਪ੍ਰਤੀ ਅਵੇਅਰ ਨਾ ਹੋਣਾ। ਇਸ ਅਗਿਆਨਤਾ ਨੂੰ ਸਤਿਗੁਰੂ ਨੇ ਮੁਬਾਰਕ ਬਾਣੀ ਵਿੱਚ ਕਾਟ ਕਰਨ ਵਾਸਤੇ, ਇਸ ਤੋਂ ਛੁਟਕਾਰਾ ਪਾਉਣ ਵਾਸਤੇ ਗੁਰਬਾਣੀ ਵਿੱਚ ਸਾਨੂੰ ਸਤਿਗੁਰੂ ਨੇ ਬਾਰ-ਬਾਰ ਪ੍ਰੇਰਨਾ ਕੀਤੀ ਹੈ। ਸੋ ਕੌਣ ਹੈ ਜੋ ਸਾਨੂੰ ਸਾਡੇ ਜੀਵਨ ਦੇ ਇਸ ਅਗਿਆਨ ਤੋਂ ਮੁਕਤ ਕਰਦਾ ਹੈ? ਗੁਰਬਾਣੀ ਨੇ ਇਸ ਅਗਿਆਨ ਨੂੰ ਹਨੇਰਾ ਵੀ ਕਿਹਾ ਔਰ ਇਸ ਹਨੇਰੇ ਤੋਂ ਮੁਕਤ ਕਰਨ ਦਾ ਰਸਤਾ ਵੀ ਬਿਆਨ ਕੀਤਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਬਿਨ ਸੁਰਤ ਨਾ ਸਿੱਧ। ਸਤਿਗੁਰੂ ਨੇ ਜਦੋਂ ਸਿੱਧ ਦੀ ਗੱਲ ਕੀਤੀ ਹੈ ਤਾਂ ਇਸ ਦਾ ਭਾਵ ਹੈ ਸਫਲਤਾ। ਇੱਥੇ ਸਿੱਧ ਦਾ ਭਾਵ ਕੋਈ ਕਰਾਮਾਤਾਂ ਦੀ ਪ੍ਰਾਪਤੀ ਕਰਕੇ ਜੋਗ ਮਤ ਦੇ ਖਿਆਲ ਮੁਤਾਬਕ ਸਿੱਧ ਹੋਣਾ ਨਹੀਂ। ਸਿੱਧ ਦਾ ਭਾਵ ਹੈ ਕਾਮਯਾਬ ਹੋਣਾ, ਸਫਲ ਹੋ ਜਾਣਾ, ਆਪਣੇ ਏਮ, ਆਪਣੇ ਮਕਸਦ ਤੱਕ ਪਹੁੰਚ ਜਾਣਾ। ਗੁਰੂ ਦਾ ਮਕਸਦ, ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਸਤਿਗੁਰੂ ਦੀ ਸਿੱਖੀ ਨੂੰ ਪ੍ਰਵਾਨ ਕਰਦੇ ਹਾਂ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਦੇ ਹਾਂ, ਤਾਂ ਗੁਰੂ ਦਾ ਇੱਕ ਖਾਸ ਮਕਸਦ ਹੁੰਦਾ ਹੈ ਆਪਣੇ ਨਿਕਟ, ਆਪਣੇ ਨੇੜੇ ਆਉਣ ਵਾਲੇ ਨੂੰ ਇੱਕ ਮੁਕਾਮ ਤੱਕ ਪਹੁੰਚਾਉਣ ਦਾ। ਇਸ ਲਈ ਗੁਰੂ ਨੇ ਆਪਣੀ ਮੰਜ਼ਿਲ ਮਿਥੀ ਹੈ। ਉਹ ਮੰਜ਼ਿਲ ਹੈ ਮਨੁੱਖ ਨੂੰ
ਗੁਰਮੁਖਤਾਈ ਦੀ ਅਵਸਥਾ ਤੱਕ ਲੈ ਕੇ ਜਾਣਾ, ਸਾਡੇ ਅੰਦਰ ਸੰਤਤਾਈ ਦੇ ਗੁਣ ਪੈਦਾ ਕਰਨੇ, ਸਾਨੂੰ ਪਰਮੇਸ਼ਰ ਦੀ ਭਗਤੀ ਇਬਾਦਤ ਨਾਲ ਜੋੜਨਾ। ਉਹ ਅਸੀਂ ਅੱਗੇ ਵਿਚਾਰਾਂਗੇ ਵੀ ਸਤਿਗੁਰੂ ਭਗਤੀ ਤੇ ਇਬਾਦਤ ਦੇ ਕੀ ਅਰਥ ਬਿਆਨ ਕਰਦੇ ਹਨ। ਗੁਰੂ ਦਾ ਮਕਸਦ ਹੈ ਸਾਡੇ ਜੀਵਨ ਵਿੱਚ ਸਾਡੀ ਜ਼ਿੰਦਗੀ ਨੂੰ ਸਚਿਆਰੇਪਨ ਦੀ ਪਾਣ ਚਾੜ੍ਹ ਦੇਣੀ, ਜਿਸ ਨੂੰ ਗੁਰੂ ਨਾਨਕ ਮਹਾਰਾਜ ਨੇ ਪਹਿਲ ਦੇ ਆਧਾਰ 'ਤੇ ਬਿਆਨ ਕਰਦਿਆਂ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹਨਾਂ ਪੰਕਤੀਆਂ ਵਿੱਚ ਹਜ਼ੂਰ ਨੇ ਬਿਆਨ ਕੀਤਾ ਹੈ। ਯਾਨੀ ਕਿ ਗੁਰੂ ਦਾ ਇੱਕ ਖਾਸ ਮਕਸਦ ਹੈ, ਏਮ ਹੈ, ਜਿੱਥੋਂ ਤੱਕ ਸਤ ਸੰਗੀ ਨੂੰ ਆਪਣੇ ਰਿਲੇਸ਼ਨ ਸਾਂਝ ਵਿੱਚ ਆਉਣ ਵਾਲੇ ਨੂੰ ਗੁਰੂ ਲੈ ਕੇ ਜਾਂਦਾ ਹੈ, ਜਿੱਥੋਂ ਤੱਕ ਦਾ ਰਸਤਾ ਦੱਸਦਾ ਹੈ। ਹੁਣ ਸਤਿਗੁਰੂ ਮਹਾਰਾਜ ਕਿਉਂਕਿ ਇਸ ਮੁਬਾਰਕ ਬਾਣੀ ਦੇ ਅੰਦਰ ਇਸ ਰਹਾਉ ਦੇ ਬੰਦ ਵਿੱਚ ਦੁੱਖ ਦੀ ਗੱਲ ਕਰ ਰਹੇ ਨੇ, ਅਤੇ ਆਪਾਂ ਜ਼ਿਕਰ ਕੀਤਾ ਵੀ ਦੁੱਖ ਅਬੋਧ, ਅਗਿਆਨਤਾ, ਬੇਸਮਝੀ ਦੇ ਕਾਰਨ ਪੈਦਾ ਹੁੰਦਾ ਹੈ। ਔਰ ਇੱਥੇ ਅਗਿਆਨਤਾ, ਅਬੋਧ ਅਤੇ ਬੇਸਮਝੀ ਆਪਣੇ ਆਪ ਦੀ ਬੇਖਬਰੀ ਹੈ, ਆਪਣੇ ਜੀਵਨ ਦਾ ਮਰਮ ਨਾ ਸਮਝਣਾ, ਆਪਣੇ ਜੀਵਨ ਪ੍ਰਤੀ ਸੁਚੇਤ ਨਾ ਹੋਣਾ, ਇਸ ਨੂੰ ਸਤਿਗੁਰੂ ਮਹਾਰਾਜ ਨੇ ਘੋਰ ਅਗਿਆਨਤਾ ਕਿਹਾ। ਜਦੋਂ ਅਸੀਂ ਇਹ ਪੰਕਤੀਆਂ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਸ ਮੂਲ ਤੋਂ ਖੁੰਝੇ ਹੋਏ ਮਨੁੱਖ ਨੂੰ ਹੀ ਗੁਰਬਾਣੀ ਅਗਿਆਨੀ ਆਖਦੀ ਹੈ, ਬੇਸਮਝ ਆਖਦੀ ਹੈ। ਉਹ ਅਗਿਆਨ ਦਾ ਐਸਾ ਦਵੰਦ ਹੈ, ਅਗਿਆਨ ਦਾ ਐਸਾ ਪ੍ਰਭਾਵ ਹੈ, ਉਸ ਅਗਿਆਨੀ ਅਵਸਥਾ ਦੇ ਵਿੱਚ ਹੀ ਮਨੁੱਖ ਅਹੰਕਾਰ ਦੇ ਰੋਗ ਦਾ ਸ਼ਿਕਾਰ ਹੁੰਦਾ ਹੈ, ਵਿਸ਼ਿਆਂ ਵਿੱਚ ਗ੍ਰਸਤ ਹੁੰਦਾ ਹੈ, ਭਰਮਾਂ ਵਿੱਚ ਭੁੱਲਦਾ ਹੈ, ਅਤੇ ਫਿਰ ਜਿਉਂ-ਜਿਉਂ ਉਹ ਕੁਕਰਮੀ ਬਣ ਕੇ, ਵਿਸ਼ਈ ਬਣ ਕੇ ਜ਼ਿੰਦਗੀ ਜਿਉਂਦਾ, ਉਹਨਾਂ ਕਰਮਾਂ 'ਚੋਂ ਸਹਿਮ ਸੰਸੇ ਪੈਦਾ ਹੁੰਦੇ ਹਨ। ਉਸ ਜੀਵਨ ਤਲ ਨੂੰ ਹੀ ਗੁਰਬਾਣੀ ਨੇ ਪਾਪੀ ਵੀ ਕਿਹਾ, ਮਨਮੁਖ ਵੀ ਕਿਹਾ, ਸਾਕਤ ਵੀ ਕਿਹਾ, ਭਟਕਿਆ ਹੋਇਆ ਵੀ ਕਿਹਾ, ਭਰਮ ਭੁੱਲਾ ਵੀ ਕਿਹਾ। ਉਹ ਜਿੰਨੇ ਵੀ ਸ਼ਬਦ ਨੇ ਉਸ ਜੀਵਨ ਜੁਗਤੀ ਦੇ ਨਾਲ ਹੀ ਜਾ ਕੇ ਜੁੜ ਜਾਂਦੇ ਨੇ। ਤੋ ਸਾਹਿਬ ਸਤਿਗੁਰੂ ਮਹਾਰਾਜ ਨੇ ਇਸ ਰਹਾਉ ਦੇ ਬੰਦ ਵਿੱਚ ਬਖਸ਼ਿਸ਼ ਕੀਤੀ, ਹਰ ਕੇ ਨਾਮ ਬਿਨਾ ਦੁੱਖ ਪਾਵੈ। ਜੀਵ ਆਪਣੇ ਜੀਵਨ ਵਿੱਚ ਦੁੱਖ ਕਿਉਂ ਉਠਾਉਂਦਾ ਹੈ? ਉਹ ਦੁੱਖ ਜਿਹੜੇ ਅਗਿਆਨਤਾ ਵਿੱਚੋਂ ਉਪਜੇ ਨੇ, ਕਿਉਂਕਿ ਸਤਿਗੁਰੂ ਕਹਿੰਦੇ ਹਰ ਕੇ ਨਾਮ ਬਿਨਾ। ਨਾਮ ਦਾ ਅਰਥ ਹੈ ਪਰਮੇਸ਼ਰ ਦੇ ਹੋਣ ਦਾ ਬੋਧ ਹੋ ਜਾਣਾ, ਸੋਝੀ ਹੋ ਜਾਣੀ, ਸਮਝ ਹੋ ਜਾਣੀ, ਇੱਕ ਚੇਤਨਾ ਵਿਕਸਿਤ ਹੋ ਜਾਣੀ, ਇੱਕ ਚੇਤਨਾ ਦਾ ਭਾਵ ਜਾਗ ਪੈਣਾ ਵੀ ਉਹੀ ਹੈ, ਉਸ ਤੋਂ ਬਿਨਾਂ ਕੋਈ ਦੂਜੀ ਹਸਤੀ ਨਹੀਂ, ਉਸ ਦਾ ਹੁਕਮ ਹੀ ਵਰਤ ਰਿਹਾ, ਮੈਂ ਉਸ ਦਾ ਅੰਸ਼ ਹਾਂ, ਮੈਂ ਉਸ ਦਾ ਰੂਪ ਹਾਂ। ਇਸੇ ਨੂੰ ਆਪਣਾ ਮੂਲ ਪਛਾਣ ਵੀ ਕਿਹਾ। ਇਸੇ ਨੂੰ ਨੌਵੇਂ ਪਾਤਸ਼ਾਹ ਮਹਾਰਾਜ ਨੇ ਪਿਛਲੇ ਸ਼ਬਦਾਂ ਵਿੱਚ ਵੀ ਬਿਆਨ ਕੀਤਾ ਸੀ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ। ਹੁਣ ਜਦੋਂ ਸਤਿਗੁਰੂ ਨਾਮ ਦੀ ਗੱਲ ਕਰ, ਵੈਸੇ ਅਸੀਂ ਸੰਖੇਪ ਵਿੱਚ ਜੇ ਸੌਖੇ ਸ਼ਬਦਾਂ 'ਚ ਸਮਝੀਏ ਤਾਂ ਨਾਮ ਵਸਤੂ ਦਾ ਬੋਧ ਵੀ ਹੁੰਦਾ ਹੈ ਅਤੇ ਭਾਵ ਦਾ ਬੋਧ ਵੀ ਹੁੰਦਾ ਹੈ। ਜਿਵੇਂ ਕੁਝ ਵਸਤੂਵਾਚਕ ਨਾਮ ਨੇ, ਇਹ ਚੀਜ਼ ਕੀ ਹੈ, ਮਾਈਕ ਲੱਗਾ ਹੋਇਆ, ਤੋ ਇਹ ਵਸਤੂ ਦਾ ਬੋਧ ਕਰਾਉਂਦਾ ਹੈ, ਕਿਸੇ ਚੀਜ਼ ਦੀ ਦੱਸ ਪਾਉਂਦਾ, ਆਈਡੈਂਟੀਫਿਕੇਸ਼ਨ ਦਿੰਦਾ ਵੀ ਆਹ ਚੀਜ਼ ਕੀ ਹੈ। ਇੱਕ ਹੈ ਭਾਵ, ਜਿਵੇਂ ਅਸੀਂ ਇੱਕ ਆਪਣੇ ਅੰਦਰ ਦੀ ਫੀਲਿੰਗ ਨੂੰ ਕਹਿੰਦੇ ਹਾਂ ਵੀ ਇਹ ਪ੍ਰੇਮ ਦੀ ਫੀਲਿੰਗ ਹੈ, ਇਹ ਗੁੱਸੇ ਦੀ ਫੀਲਿੰਗ ਹੈ, ਇਹ ਜਿਹੜਾ ਜਜ਼ਬਾ ਮੇਰੇ ਅੰਦਰ ਹੈ ਲੋਭ ਦੇ ਭਾਵ ਨਾਲ ਗ੍ਰਸਤ ਹੈ, ਉਹ ਇੱਕ ਭਾਵ ਦਾ ਵੀ ਬੋਧ ਕਰਾਉਂਦਾ, ਉਹਨੂੰ ਵੀ ਨਾਮ ਕਿਹਾ ਜਾਂਦਾ ਹੈ। ਤੋ ਨਾਮ ਦੀਆਂ ਵੀ ਆਪਣੀਆਂ ਅੱਗੇ ਜਾ ਕੇ ਕਈ ਕੈਟਾਗਰੀਜ਼ ਨੇ, ਕਈ ਉਸ ਨੂੰ ਸਮਝਣ ਦੇ ਪੜਾਅ ਨੇ। ਪਰਮੇਸ਼ਰ ਕਿਉਂਕਿ ਕੋਈ ਵਸਤੂ ਨਹੀਂ ਹੈ ਵੀ ਅਸੀਂ ਕਹਿ ਸਕੀਏ ਵੀ ਇਹ ਜਿਹੜੀ ਚੀਜ਼ ਹੈ ਇਹ ਪਰਮੇਸ਼ਰ ਹੈ। ਪਰਮੇਸ਼ਰ ਇੱਕ ਅਨੁਭਵ ਹੈ, ਇਸ ਲਈ ਉਸ ਦਾ ਅਹਿਸਾਸ, ਉਸ ਦੇ ਹੋਣ ਦਾ ਅਹਿਸਾਸ ਜਿਹੜਾ ਹੈ ਮਨੁੱਖ ਜਦੋਂ ਉਸ ਨੂੰ ਫੀਲ ਕਰਦਾ ਹੈ, ਉਸ ਦਾ ਅਨੁਭਵ ਕਰਦਾ ਔਰ ਉਸ ਅਨੁਭਵ ਵਿੱਚ ਜੀਂਦਾ ਹੈ, ਉਸ ਨੂੰ ਭੁੱਲਦਾ ਨਹੀਂ, ਉਹਦਾ ਚਿੰਤਨ ਕਰਦਾ, ਜਿਸ ਨੂੰ ਮਹਾਰਾਜ ਨੇ ਪਿਛਲੇ ਸ਼ਬਦਾਂ 'ਚ ਕਿਹਾ ਸੀ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਉਹਦਾ ਚਿੰਤਨ ਕਰਨਾ, ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਤਾਂ ਉਹ ਜਿਹੜਾ ਚਿੰਤਨ ਹੈ ਉਹਦਾ ਅਨੁਭਵ ਹੈ। ਤੋ ਸਾਹਿਬ ਸਤਿਗੁਰੂ ਇਸੇ ਨੂੰ ਕਹਿੰਦੇ ਨੇ, ਉਸ ਤੋਂ ਬਿਨਾਂ ਜੀਵ ਅਗਿਆਨਤਾ ਵਿੱਚ ਗ੍ਰਸਤ ਹੁੰਦਾ ਹੈ ਅਤੇ ਦੁੱਖ ਉਠਾਉਂਦਾ ਹੈ। ਭਗਤ ਬਿਨਾਂ ਸੰਸਾ ਨਹਿ ਚੂਕੈ।
ਫਿਰ ਜਦੋਂ ਕਰਮ ਕਰਦਾ, ਦੁੱਖ ਉਠਾਉਂਦਾ ਹੈ, ਤੇ ਉਹਨਾਂ ਦੁੱਖਾਂ ਵਿੱਚੋਂ ਫਿਰ ਹੋਰ ਸਹਿਮ ਇੱਕ ਜ਼ਿੰਦਗੀ ਦਾ ਰੁੱਖ ਬਣ ਜਾਂਦਾ ਹੈ। ਇੱਕ ਘਾੜਤ ਘੜੀ ਜਾਂਦੀ ਹੈ ਜਿੱਥੇ ਦੁੱਖ ਨੇ, ਸਹਿਮ ਨੇ, ਭਰਮ ਨੇ, ਅਗਿਆਨਤਾ ਹੈ। ਜਿਵੇਂ ਇੱਕ ਬਿਮਾਰੀ ਤੋਂ ਕਈ ਬਿਮਾਰੀਆਂ ਫੈਲ ਜਾਣ ਅਤੇ ਮਨੁੱਖ ਦਾ ਸਾਰਾ ਸਰੀਰ ਹੀ ਰੋਗਾਂ ਨਾਲ ਪੀੜਤ ਹੋ ਜਾਏ। ਇਸੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜਦੀਆਂ ਨੇ ਔਰ ਪੜਾਅਵਾਰ ਜੀਵਨ ਦਾ ਹਿੱਸਾ ਬਣਦੀਆਂ ਨੇ, ਜ਼ਿੰਦਗੀ ਦੀ ਬਣਤਰ ਬਣਾ ਦਿੰਦੀਆਂ ਨੇ। ਤੋ ਇਹਨੂੰ ਗੁਰੂ ਮਹਾਰਾਜ ਕਹਿੰਦੇ ਭਗਤ ਬਿਨਾਂ। ਭਗਤ ਦਾ ਮਤਲਬ ਅਸੀਂ ਜਿਸ ਵੇਲੇ ਗੁਰੂ ਸਾਹਿਬ ਦੇ ਵਾਕ ਪੜ੍ਹਦੇ ਹਾਂ, ਵੇਣ ਗੁਣ ਕੀਤੇ ਭਗਤ ਨਾ ਹੋਏ। ਕਬੀਰ ਸਾਹਿਬ ਲਿਖਦੇ ਨੇ ਵੀ ਹਰੀ ਦਾ ਜਨ ਕਿਹੋ ਜਿਹਾ ਹੋਵੇ, ਉਹਦਾ ਮੋਟਿਵ ਕੀ ਹੋਵੇ, ਉਹਦਾ ਮਕਸਦ ਕੀ ਹੋਵੇ, ਉਹਨੇ ਕਿੱਥੇ ਤੱਕ ਪਹੁੰਚਣਾ ਹੈ, ਉਹਦੇ ਸਾਹਮਣੇ ਮਾਡਲ ਕੀ ਹੈ ਜ਼ਿੰਦਗੀ ਦਾ। ਤਾਂ ਉਹ ਬਿਆਨ ਕਰਦੇ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਜੇ ਕੋਈ ਸਿੱਖ ਨੂੰ ਪੁੱਛੇ ਵੀ ਤੂੰ ਕਿਹੋ ਜਿਹਾ ਹੋਣਾ ਚਾਹੁੰਦਾ ਹੈ, ਤਾਂ ਉਹਦੇ ਲਈ ਮਾਡਲ ਉਹਦਾ ਗੁਰੂ ਹੈ। ਉਹਦਾ ਇਸ਼ਾਰਾ ਆਪਣੇ ਗੁਰੂ ਵੱਲ ਹੀ ਹੋਏਗਾ ਵੀ ਮੈਂ ਗੁਰੂ ਵਰਗਾ ਹੋਣਾ ਚਾਹੁੰਦਾ ਜਾਂ ਗੁਰੂ 'ਚ ਭੇਦ ਹੋਣਾ ਚਾਹੁੰਦਾ, ਕਿਉਂਕਿ ਗੁਰੂ ਉਹਦਾ ਮਾਡਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸੇ ਤਰ੍ਹਾਂ ਬਹੁਤ ਉੱਚਾ ਮਾਡਲ ਬਾਣੀ ਵਿੱਚ ਰੱਖਿਆ ਵੀ ਸਚਿਆਰ ਹੋਣਾ, ਗੁਰਮੁਖ ਹੋਣਾ, ਸੰਤ ਹੋਣਾ, ਭਗਤ ਹੋਣਾ, ਇਹ ਮਾਡਲ ਹੈ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪ੍ਰੋਸੈਸ ਵਿੱਚ ਜਿਹੜਾ ਪਿਆ ਹੋਇਆ, ਉੱਥੋਂ ਤੱਕ ਪਹੁੰਚਣ ਲਈ ਜਿਹੜਾ ਯਤਨ ਵਿੱਚ ਹੈ, ਜਿਹੜਾ ਪ੍ਰੋਸੈਸ ਵਿੱਚ ਹੈ, ਜਿਹੜਾ ਪ੍ਰੈਕਟਿਸ ਵਿੱਚ ਹੈ, ਅਭਿਆਸ ਵਿੱਚ ਹੈ, ਉਹ ਭਗਤ ਹੈ। ਉਹਨੂੰ ਭਗਤੀ ਕਰਨਾ ਕਿਹਾ। ਸਤਿਗੁਰੂ ਮਹਾਰਾਜ ਆਖਦੇ ਨੇ ਉਸ ਭਗਤ ਬਿਨਾਂ, ਉਸ ਪ੍ਰੈਕਟਿਸ ਅਭਿਆਸ ਤੋਂ ਬਿਨਾਂ ਸਹਿਸਾ ਨਾ ਚੁੱਕੈ। ਅੰਦਰ ਦਾ ਸਹਿਮ, ਸੰਸਾ ਦਾ ਮਤਲਬ ਹੈ ਸਹਿਮ, ਸੰਸਾ, ਡਰ, ਭਰਮ, ਸ਼ੱਕ, ਸੰਦੇਹ, ਇਹ ਸਾਰੀਆਂ ਚੀਜ਼ਾਂ ਦੇ ਅਰਥ ਕੋਸ਼ ਦੇ ਵਿੱਚ ਸੰਸਾ ਹੀ ਕੀਤੇ ਗਏ ਨੇ, ਸਹਿਸੇ ਦੇ ਅਰਥ ਕੀਤੇ ਗਏ। ਤਾਂ ਮਹਾਰਾਜ ਕਹਿੰਦੇ ਸੰਸਾ ਨਾ ਚੁੱਕੈ ਗੁਰ ਇਹ ਭੇਦ ਬਤਾਵੈ। ਭੇਦ ਦਾ ਮਤਲਬ ਹੁੰਦਾ ਹੈ ਮਰਮ, ਭੇਤ ਦੀ ਗੱਲ, ਡੂੰਘੀ ਗੁੱਝੀ ਗੱਲ, ਜੀਵਨ ਨਾਲ ਸੰਬੰਧਿਤ ਇਹ ਗੁੱਝੀ ਗੱਲ ਜਿਹੜੀ ਹੈ ਕੇਵਲ ਗੁਰੂ ਹੀ ਦੱਸਦਾ ਹੈ, ਗੁਰੂ ਹੀ ਬਿਆਨ ਕਰ ਰਿਹਾ ਹੈ। ਗੁਰੂ ਹੀ ਜੀਵ ਨੂੰ ਇਸ ਚੀਜ਼ ਬਾਰੇ ਅਵੇਅਰ ਕਰਦਾ ਹੈ, ਸੁਚੇਤ ਕਰਦਾ ਹੈ। ਇਹ ਰਹਾਉ ਦਾ ਬੰਦ ਹੈ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਇਸ ਦੀ ਹੋਰ ਵਿਆਖਿਆ ਅਗਲੇ 2 ਬੰਦਾਂ ਵਿੱਚ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ, ਕਹਾ ਭਇਓ ਕੀ ਹੋਇਆ, ਤੀਰਥ ਬ੍ਰਤ ਕੀਏ। ਜੇ ਤੂੰ ਬਹੁਤ ਤੀਰਥਾਂ ਦੇ ਇਸ਼ਨਾਨ ਕੀਤੇ ਹਨ, ਜੇ ਤੂੰ ਬਹੁਤ ਵਰਤ ਰੱਖੇ ਹਨ, ਇਹ ਸਾਰੀਆਂ ਚੀਜ਼ਾਂ ਕਰਮ ਕਾਂਡ ਦੇ ਦਾਇਰੇ ਵਿੱਚ ਆਉਂਦੀਆਂ ਨੇ। ਭਾਰਤੀ ਮਤ ਵਿੱਚ ਵੈਦਿਕ ਪ੍ਰਥਾ ਦੇ 2 ਪਾਰਟ ਨੇ, 2 ਹਿੱਸੇ ਨੇ। ਇੱਕ ਹੈ ਗਿਆਨ ਖੰਡ, ਦੂਜਾ ਹੈ ਕਰਮ ਕਾਂਡ। ਉਹ ਜਿਹੜਾ ਗਿਆਨ ਕਾਂਡ ਹੈ ਉਸ ਦੀ ਵੀ ਵਿਆਖਿਆ ਸ਼ਾਸਤਰਾਂ ਨੇ ਕੀਤੀ, ਉਪਨਿਸ਼ਦਾਂ ਨੇ ਕੀਤੀ, ਅਤੇ ਜਿਹੜਾ ਕਰਮ ਕਾਂਡ ਹੈ ਉਸ ਦੀ ਵੀ ਵਿਆਖਿਆ ਸ਼ਾਸਤਰਾਂ ਨੇ ਕੀਤੀ, ਅਤੇ ਉਸੇ ਦੀ ਵਿਆਖਿਆ ਉਪਨਿਸ਼ਦਾਂ ਨੇ ਵੀ ਆਪਣੇ ਆਪਣੇ ਢੰਗ ਨਾਲ ਬਾਅਦ ਵਿੱਚ ਕੀਤੀ। ਤੋ ਕਰਮ ਕਾਂਡ ਦੀ ਸਥਿਤੀ ਇਹ ਹੈ ਵੀ ਕਰਮ ਕਰੋ, ਉਸ ਕਰਮ ਨਾਲ ਤੁਸੀਂ ਕਿਸੇ ਤਾਕਤ ਨੂੰ ਆਪਣੇ ਇਸ਼ਟ ਨੂੰ ਰੁਝਾਉਣ ਦੀ ਕੋਸ਼ਿਸ਼ ਕਰੋ। ਉਹਦੇ 'ਚ ਤੁਹਾਡਾ ਸਵਾਰਥ ਵੀ ਹੈ, ਤੁਹਾਡਾ ਹੰਕਾਰ ਵੀ ਹੈ, ਤੁਹਾਡਾ ਲਾਲਚ ਵੀ ਹੈ, ਬੜਾ ਕੁਝ ਹੈ। ਉਸ ਕਰਮ ਕਾਂਡ ਦਾ ਇਹ ਪਾਰਟ ਹੈ ਵਰਤ ਰੱਖਣਾ, ਹਵਨ ਕਰਨਾ, ਯੱਗ ਕਰਨਾ, ਤੀਰਥਾਂ ਦੇ ਇਸ਼ਨਾਨ ਕਰਨੇ, ਹੋਰ ਇਤਿਆਦਿਕ ਜਿੰਨੇ ਵੀ ਐਸੇ ਗਿਣਤੀ ਦੇ ਕਰਮ ਜਗਤ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੀ ਹੋਇਆ ਜੇ ਤੂੰ ਤੀਰਥਾਂ ਦੇ ਇਸ਼ਨਾਨ ਕੀਤੇ ਨੇ, ਅਤੇ ਤੀਰਥ ਇਸ਼ਨਾਨ ਦੇ ਪਿੱਛੇ ਜੋ ਮੁੱਖ ਸੋਚ ਕੰਮ ਕਰਦੀ ਉਹ ਹੈ ਮੇਰੇ ਪਾਪ ਉਤਰ ਜਾਣਗੇ ਅਤੇ ਮੈਨੂੰ ਫਲ ਮਿਲੇਗਾ। ਯਾਨੀ ਕਿ ਗਵਾਚੇਗਾ ਕਿ ਮੇਰੇ ਪਾਪ ਗਵਾਚ ਜਾਣਗੇ, ਦੁੱਖ ਗਵਾਚ ਜਾਣਗੇ, ਅਤੇ ਮਿਲੇਗਾ ਕਿ ਸੁੱਖ ਮਿਲੇਗਾ ਅਤੇ ਪੁੰਨ ਮਿਲੇਗਾ, ਫਲ ਮਿਲੇਗਾ। ਅਤੇ ਵਰਤ ਤਾਂ ਇਤਨੇ ਪ੍ਰਕਾਰ ਦੇ ਨੇ ਭਾਰਤੀ ਪਰੰਪਰਾ ਵਿੱਚ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਹਦੇ ਵਿੱਚ ਵਰਤ ਦਾ ਭਾਵ ਹੁੰਦਾ ਵੀ ਕਿਸੇ ਕਾਮਨਾ ਨੂੰ ਮੁੱਖ ਰੱਖ ਕੇ ਕੁਝ ਸਮਾਂ ਮਨੁੱਖ ਆਹਾਰ ਨਹੀਂ ਕਰਦਾ, ਖਾਣਾ ਨਹੀਂ ਖਾਂਦਾ, ਭੋਜਨ ਨਹੀਂ ਛਕਦਾ, ਉਸ ਨੂੰ ਵਰਤ ਕਹਿੰਦੇ। ਉਹਦੇ ਪਿੱਛੇ ਵੀ ਇੱਕ ਸਵਾਰਥ ਦੀ ਭਾਵਨਾ ਹੈ। ਗੁਰੂ ਸਾਹਿਬ ਕਹਿੰਦੇ ਇੱਥੇ ਭਾਵੇਂ ਉਹਨਾਂ ਨੇ ਤੀਰਥ ਅਤੇ ਬ੍ਰਤ ਦਾ ਹੀ ਜ਼ਿਕਰ ਕੀਤਾ ਹੈ, ਪਰ ਸਮੁੱਚਾ ਭਾਵ ਉਹਨਾਂ ਦਾ ਕਰਮ ਕਾਂਡ ਤੋਂ ਹੈ। ਕੀ ਹੋਇਆ ਜੇ ਤੂੰ ਤੀਰਥ ਨਹਾਉਣ ਵਰਗੇ ਅਤੇ ਵਰਤ ਰੱਖਣ ਵਰਗੇ ਕਰਮ ਕਾਂਡ ਕਰਦਾ ਹੈ, ਰਾਮ ਸ਼ਰਨ ਨਹੀਂ ਆਵੇ। ਪਰ ਇਹ ਕਰਮ ਕਾਂਡ ਕਰਦਿਆਂ ਹੋਇਆਂ ਵੀ ਤੇਰੇ ਵਜੂਦ ਵਿੱਚ ਇੱਕ ਹਉਂ ਹੈ, ਇੱਕ ਅਹੰਕਾਰ ਹੈ, ਮੈਂ ਕੀਤਾ ਹੈ, ਮੈਂ ਕਰ ਰਿਹਾ, ਮੈਨੂੰ ਇਹਦੇ 'ਚੋਂ ਇਹ ਮਿਲੇਗਾ। ਸਵਾਰਥ ਅਤੇ ਹੰਕਾਰ ਦੇ ਤਾਲ ਉੱਤੇ ਤੇਰੀ ਮਾਨਸਿਕ ਬਣਤਰ
ਉਸਰ ਰਹੀ ਹੈ ਤੇ ਬਣ ਰਹੀ ਹੈ ਤੇ ਡਿਵੈਲਪ ਹੋ ਰਹੀ ਹੈ। ਰਾਮ ਸ਼ਰਨ ਨਹੀਂ ਆਵੇ, ਤੂੰ ਆਪਣੇ ਵਜੂਦ ਨੂੰ ਸਿਰਜਣਹਾਰ ਦੇ ਸਾਹਮਣੇ ਭੇਟ ਨਹੀਂ ਕੀਤਾ। ਸ਼ਰਨ ਆਉਣ ਦਾ ਭਾਵ ਹੀ ਇਹ ਹੈ ਕਿ ਜਿੱਥੇ ਮੇਰੀ ਹੋਂ ਨਹੀਂ, ਜਿੱਥੇ ਮੇਰਾ ਸਵਾਰਥ ਨਹੀਂ। ਕਰਮ ਕਾਂਡ ਦੀ ਜਿਹੜੀ ਜ਼ਿੰਦਗੀ ਉਹਦੇ 'ਚ ਨਾ ਹੋਂ ਮਿਟਦੀ ਹੈ, ਹੋਂ ਵੱਧਦੀ ਹੈ ਸਗੋਂ, ਅਤੇ ਸਵਾਰਥ ਵੀ ਨਹੀਂ ਮਿਟਦਾ, ਸਵਾਰਥ ਵੀ ਵੱਧਦਾ ਹੈ। ਉੱਥੇ ਤ੍ਰਿਸ਼ਨਾਲੂ ਬਿਰਤੀ ਹੈ ਵੀ ਇਹ ਕਰੋਗੇ ਤਾਂ ਇਹ ਮਿਲੇਗਾ, ਇਹ ਹੋਏਗਾ ਅਤੇ ਇਸ ਤਰ੍ਹਾਂ ਮਿਲੇਗਾ। ਉਹ ਸਵਾਰਥ ਅਤੇ ਹੰਕਾਰ ਤੋਂ ਮੁਕਤ ਅਭਿਆਸ ਨਹੀਂ ਹੈ। ਰਾਮ ਸ਼ਰਨ ਦਾ ਮਤਲਬ ਹੈ, ਸ਼ਰਨ ਆਉਣ ਦਾ ਭਾਵ ਕੀ ਹੈ? ਆਪਣਾ ਵਜੂਦ ਸਮਰਪਿਤ ਕਰਨਾ। ਮੈਂ ਕੁਝ ਨਹੀਂ ਹਾਂ, ਮੇਰੀ ਪਾਇਆ ਮੇਰੀ ਹਸਤੀ ਨਹੀਂ ਹੈ, ਮੇਰਾ ਵਜੂਦ ਉਹਦੀ ਬਖਸ਼ਿਸ਼ ਹੈ। ਉੱਥੇ ਹਰ ਚੀਜ਼ ਨੂੰ ਬਖਸ਼ਿਸ਼ ਸਮਝਿਆ ਜਾਂਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਜੋਗ ਜਗ ਨਿਫਲ ਤਿਹ ਮਾਨੋ, ਜੋ ਪ੍ਰਭ ਜਸ ਬਿਸਰਾਵੇ। ਉਸਨੇ ਭਾਵੇਂ ਜੋਗ ਕਮਾਉਣ ਦਾ ਯਤਨ ਕੀਤਾ ਹੋਵੇ, ਜੋਗ ਇੱਕ ਮੱਤ ਹੈ ਅਤੇ ਜੋਗ ਨੂੰ ਕਮਾਇਆ ਜਾਂਦਾ, ਉਹਦੀ ਇੱਕ ਆਪਣੀ ਪ੍ਰੈਕਟਿਸ ਹੈ, ਉਹਦਾ ਇੱਕ ਆਪਣਾ ਅਭਿਆਸ ਹੈ। ਕੰਨਾਂ 'ਚ ਮੁੰਦਰਾਂ, ਖਾਸ ਤੌਰ ਦਾ ਵੇਸ, ਤਿਆਗੀ ਹੋਣਾ, ਫਿਰ ਅੱਗੇ ਜਾ ਕੇ ਪ੍ਰਾਣਾਯਾਮ ਅਤੇ ਹੋਰ ਕਈ ਅਨੇਕ ਪ੍ਰਕਾਰ ਦੇ ਅਭਿਆਸ, ਜੋਗ ਸਿੱਧ ਆਸਣ 84 ਇਹ ਵੀ ਕਰ ਰਿਹਾ। ਸਤਿਗੁਰੂ ਨੇ ਹਵਾਲੇ ਬਾਣੀ ਵਿੱਚ ਦਿੱਤੇ ਨੇ। ਤੋ ਸਤਿਗੁਰੂ ਆਖਦੇ ਨੇ ਜੋਗ ਕਮਾਇਆ, ਜੋਗ ਦੀ ਪ੍ਰੈਕਟਿਸ, ਜੋਗ ਦਾ ਅਭਿਆਸ ਕੀਤਾ, ਅਤੇ ਅਗਲਾ ਜਗ, ਹਵਨੀ ਯੱਗ ਕੀਤੇ, ਜਿਵੇਂ ਵੇਦੀ ਆਦਿਕ ਗੱਡ ਕੇ ਉਸ ਵਿੱਚ ਆਹੂਤੀਆਂ ਪਾਈਆਂ ਜਾਂਦੀਆਂ ਨੇ, ਵੇਦ ਮੰਤਰ ਪੜ੍ਹੇ ਜਾਂਦੇ ਨੇ, ਦੇਵਤਿਆਂ ਦਾ ਆਵਾਹਨ ਕੀਤਾ ਜਾਂਦਾ ਵਗੈਰਾ ਵਗੈਰਾ। ਉਹ ਵੀ ਇੱਕ ਲੰਬੀ ਚੌੜੀ ਪ੍ਰਕਿਰਿਆ। ਸਤਿਗੁਰੂ ਕਹਿੰਦੇ ਕੀ ਹੋਇਆ ਜੇ ਤੂੰ ਜੋਗ ਸਾਧਨਾ ਵੀ ਕੀਤੀ ਹੋਵੇ ਅਤੇ ਜਗ ਆਦਿਕ ਵੀ ਕੀਤੇ ਹੋਣ, ਪਰ ਇਹ ਸਾਰੇ ਕੀ ਨੇ? ਨਿਫਲ ਤੇ ਮਾਨੋ। ਨਿਫਲ ਦਾ ਮਤਲਬ ਹੈ ਜਿਹਦਾ ਕੋਈ ਫਲ ਨਹੀਂ, ਜਿਹਦਾ ਕੋਈ ਰੰਚਕ ਮਾਤਰ ਵੀ ਲਾਭ ਤੇਰੇ ਆਤਮਿਕ ਜੀਵਨ ਨੂੰ ਨਹੀਂ ਹੈ, ਜਿਸ ਵਿੱਚੋਂ ਸਚਿਆਰੇ ਜੀਵਨ ਦੀ ਘਾੜਤ ਨਹੀਂ ਘੜੀ ਜਾ ਸਕਦੀ। ਜੇ ਉਸ ਵਿੱਚੋਂ ਸਚਿਆਰਾ ਜੀਵਨ ਨਹੀਂ ਬਣਦਾ ਜਾਂ ਨਹੀਂ ਉਸਰਦਾ ਤਾਂ ਇਹਦਾ ਮਤਲਬ ਨਿਫਲ ਹੈ ਤੇਰੇ ਵਾਸਤੇ। ਪਰ ਸਤਿਗੁਰੂ ਆਖਦੇ ਨੇ ਕਿਉਂ ਨਿਫਲ ਹੈ? ਜੋ ਪ੍ਰਭ ਜਸ ਬਿਸਰਾਵੇ, ਉਹਦੇ ਕੀਤੇ ਹੋਏ ਜਗ ਅਤੇ ਜੋਗ ਸਾਰੇ ਹੀ ਨਿਫਲ ਨੇ। ਸਤਿਗੁਰੂ ਆਖਦੇ ਨੇ ਜਿਹੜਾ ਪ੍ਰਭੂ ਦੇ ਜਸ ਨਾਲੋਂ ਟੁੱਟਿਆ ਹੋਇਆ, ਉਹਦੀ ਵਡਿਆਈ ਨਾਲੋਂ ਦੂਰ ਹੈ, ਪ੍ਰਭੂ ਦੇ ਪਰਮੇਸ਼ਰ ਦੇ ਗੁਣਾਂ ਨਾਲੋਂ, ਸਿਫਤ ਸਲਾਹ ਨਾਲੋਂ ਜਿਸ ਦੀ ਦੂਰੀ ਬਣੀ ਹੋਈ ਹੈ। ਹੁਣ ਅਖੀਰਲੇ ਬੰਦ ਵਿੱਚ ਗੁਰੂ ਦੇਵ ਆਖਦੇ, ਮਾਨ ਮੋਹ ਦੋਨੋਂ ਕਉ ਪਰ ਹਰ। ਮਾਨ ਦਾ ਮਤਲਬ ਹੈ ਗੁਰੂਰ। ਇੱਕ ਸ਼ਬਦ ਆਉਂਦਾ ਬਾਣੀ ਵਿੱਚ, ਮਾਣ, ਤੂੰ ਮੇਰਾ ਬਹੁ ਮਾਣ ਕਰਤੇ। ਉਹਨੂੰ ਪ੍ਰਾਊਡ ਕਿਹਾ ਜਾਂਦਾ ਹੈ, ਮਾਣ ਕਰਨਾ, ਫਖਰ ਕਰਨਾ, ਗੌਰਵ ਕਰਨਾ। ਉਹ ਇੱਕ ਖੂਬੀ ਹੈ, ਉਹ ਇੱਕ ਗੁਣ ਹੈ। ਪਰ ਜਦੋਂ ਸਤਿਗੁਰੂ ਜੀ ਵਕਾਰੀ ਦ੍ਰਿਸ਼ਟੀ ਤੋਂ ਗੱਲ ਕਰਦੇ ਨੇ ਵੀ ਇਹ ਵਕਾਰ ਕੀ? ਮਾਨ, ਗਰੂਰ, ਈਗੋ, ਹਉਮੈ, ਅਹੰਕਾਰ, ਮੈਂ ਕੁਝ ਹਾਂ, ਦੋਵਾਂ ਵਿੱਚ ਇੱਕ ਭੇਦ ਹੈ ਸੂਖਮ। ਜਿਵੇਂ ਅਸੀਂ ਕਹਿ ਲਈਏ ਵੀ ਇੱਕ ਚੀਜ਼ ਜਿਹੜੀ ਹੈ ਉਹ ਤੁਹਾਡੇ ਲਈ ਜ਼ਹਿਰ ਵੀ ਹੋ ਸਕਦੀ ਹੈ ਅਤੇ ਤੁਹਾਡੇ ਲਈ ਫਾਇਦੇਮੰਦ ਅੰਮ੍ਰਿਤ ਸਮਾਨ ਵੀ ਹੋ ਸਕਦੀ, ਉਹਦੀ ਵਰਤੋਂ 'ਤੇ ਡਿਪੈਂਡ ਕਰਦਾ ਹੈ। ਇਸੇ ਤਰ੍ਹਾਂ ਇੱਕ ਫੀਲਿੰਗ ਹੈ ਜਿਹਦੇ ਦੋ ਸਿਰੇ ਨੇ, ਦੋ ਪਾਸੇ, ਦੋ ਪੱਖ ਨੇ ਉਹਦੀ ਵਰਤੋਂ ਦੇ। ਇੱਕ ਅੰਮ੍ਰਿਤ ਸਮਾਨ ਹੈ ਪ੍ਰਾਊਡ, ਗੌਰਵ, ਮਾਣ ਕਰਨਾ, ਅਤੇ ਇੱਕ ਜ਼ਹਿਰ ਸਮਾਨ ਹੈ ਗਰੂਰ, ਹੰਕਾਰ ਕਰਨਾ, ਮੇਰਾ ਹੈ, ਮੈਂ ਹੀ ਕੁਝ ਹਾਂ, ਮੇਰੇ ਤੋਂ ਬਿਨਾਂ ਕੁਝ ਨਹੀਂ ਹੈ। ਆਪਣੇ ਵਜੂਦ ਨੂੰ ਹੀ ਹਰ ਚੀਜ਼ 'ਤੇ ਹਾਵੀ ਕਰੀ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਮਾਨ, ਅਤੇ ਦੂਜਾ ਹੈ ਮੋਹ। ਮੋਹ ਦਾ ਮਤਲਬ ਹੈ ਗਲਤ ਪਾਸੇ ਦੀ ਅਟੈਚਮੈਂਟ, ਜੋੜ। ਉਹ ਅਟੈਚਮੈਂਟ ਜਿਹਦੇ ਵਿੱਚ ਮਨੁੱਖ ਇਹ ਸਮਝਦਾ ਹੈ ਇਹ ਮੇਰਾ ਹੀ ਹੈ, ਮੇਰਾ ਹੀ ਰਹੇਗਾ, ਮੇਰੇ ਤੋਂ ਬਿਨਾਂ ਇਹਦਾ ਕੋਈ ਮਾਲਕ ਨਹੀਂ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿੱਥੇ ਜਾ ਕੇ ਇੱਕ ਅੰਦਰੂਨੀ ਐਸੀ ਪਕੜ ਬਣਦੀ ਹੈ ਵੀ ਜਦੋਂ ਚੀਜ਼ ਦੂਰ ਜਾਂਦੀ ਹੈ, ਕੁਦਰਤੀ ਸੁਭਾਵਕ ਹੈ, ਤਾਂ ਉਸ ਵੇਲੇ ਫਿਰ ਉਹ ਤਕਲੀਫ, ਰੰਜ ਅਤੇ ਦੁੱਖ, ਉਦਾਸੀ, ਮਾਯੂਸੀ ਨਾਲ ਜੀਵਨ ਭਰ ਜਾਂਦਾ ਹੈ। ਸਤਿਗੁਰੂ ਉਹਨੂੰ ਕਹਿੰਦੇ ਨੇ ਮੋਹ। ਮਾਨ ਮੋਹ ਦੋਨੋਂ ਕੋ ਪਰਹਰ। ਹੇ ਭਾਈ, ਆਪਣੇ ਅੰਦਰ ਦੇ ਗਰੂਰ ਨੂੰ, ਅਹੰਕਾਰ ਨੂੰ ਅਤੇ ਮੋਹ ਨੂੰ, ਦੋਵਾਂ ਨੂੰ ਪਰਹਰ ਛੱਡ ਦੇ। ਪਰਹਰ ਦਾ ਮਤਲਬ ਤਿਆਗ ਦੇਣਾ, ਛੱਡ ਦੇਣਾ, ਉਸ ਤੋਂ ਮੁਕਤ ਹੋ ਜਾਣਾ, ਉਸ ਤੋਂ ਪਰੇ ਚਲੇ ਜਾਣਾ। ਅਤੇ ਕਰਨਾ ਕੀ ਹੈ? ਗੋਬਿੰਦ ਕੇ ਗੁਣ ਗਾਵੈ। ਗੋਬਿੰਦ ਤੋਂ ਭਾਵ ਹੈ ਸਿਰਜਣਹਾਰ, ਜਿਹੜਾ ਤੇਰੇ ਵਜੂਦ ਨੂੰ ਬਣਾਉਣ ਵਾਲਾ ਹੈ। ਸਮੁੱਚੀ ਕਾਇਨਾਤ
ਕੁਦਰਤੀ ਪਸਾਰੇ ਨੂੰ ਪੈਦਾ ਕਰਨ ਵਾਲਾ, ਚਲਾਉਣ ਵਾਲਾ, ਇਹਦਾ ਸੰਚਾਲਕ ਵੀ ਔਰ ਇਹਦਾ ਸਿਰਜਣਹਾਰ ਵੀ। ਉਸ ਦੇ ਗੁਣ ਗਾ, ਉਸ ਦੀ ਸਿਫਤ ਨਾਲ ਜੁੜ, ਉਸ ਦੀ ਵਡਿਆਈ ਦੇ ਨਾਲ ਇੱਕ ਸੁਰ ਹੋ। ਤੋ ਸਾਹਿਬ ਸਤਿਗੁਰੂ ਕਹਿੰਦੇ ਨੇ, ਕਹੋ ਨਾਨਕ ਇਹ ਬਿਧ ਕੋ ਪ੍ਰਾਨੀ। ਬਿਧ ਦਾ ਮਤਲਬ ਹੈ ਵਿਧੀ, ਜੁਗਤ, ਜੀਵਨ ਜਾਚ। ਆਪਾਂ ਆਮ ਤੌਰ 'ਤੇ ਕਹਿੰਦੇ ਵੀ ਇਹ ਤਕਨੀਕ ਹੈ ਇਹ ਕੰਮ ਕਰਨ ਦੀ, ਉਹ ਤਕਨੀਕ ਨੂੰ ਇੱਥੇ ਵਿਧੀ ਕਿਹਾ ਗਿਆ ਹੈ। ਵਿਧੀ ਨੂੰ ਹੀ ਤਕਨੀਕ ਆਖਿਆ ਜਾਂਦਾ ਹੈ, ਬਿਧ। ਜਿਵੇਂ ਸਤਿਗੁਰੂ ਕਹਿੰਦੇ ਆਪਣੀ ਬਿਧ ਆਪ ਜਨਾਵੋ, ਤਕਨੀਕ ਆਪ ਹੀ ਬਖਸ਼ੋ। ਵੈਸੇ ਤਾਂ ਸੰਸਾਰ ਵਿੱਚ ਅਨੇਕ ਵਿਧੀਆਂ ਹਰ ਮਨੁੱਖ ਨੇ ਪ੍ਰਚਲਿਤ ਕਰ ਰੱਖੀਆਂ ਨੇ। ਸਤਿਗੁਰੂ ਇੱਥੇ ਆਖਦੇ ਨੇ ਇਹ ਬਿਧ ਹੈ। ਕਿਹੜੀ ਬਿਧ? ਉੱਪਰ ਦੱਸੀ ਹੋਈ ਤਕਨੀਕ। ਮਾਨ ਮੋਹ ਦੋਨੋਂ ਕੋ ਪਰਹਰ, ਗੋਬਿੰਦ ਕੇ ਗੁਣ ਗਾਵੈ, ਇਹ ਤਕਨੀਕ ਹੈ। ਤੋ ਸਤਿਗੁਰੂ ਆਖਦੇ ਨੇ ਇਸ ਜੁਗਤ ਨੂੰ, ਇਸ ਤਕਨੀਕ ਨੂੰ, ਇਸ ਰਾਹੇ ਅਮਲ ਨੂੰ, ਇਸ ਅਭਿਆਸ ਨੂੰ, ਇਸ ਪ੍ਰੈਕਟਿਸ ਨੂੰ ਅਪਣਾ ਲੈਣ ਵਾਲਾ ਕੀ ਹੁੰਦਾ ਹੈ? ਇਹ ਕਹੋ ਨਾਨਕ ਇਹ ਬਿਧ ਕੋ ਪ੍ਰਾਨੀ, ਜਿਹੜਾ ਇਸ ਜੀਵਨ ਜੁਗਤ ਨੂੰ ਧਾਰਨ ਕਰਦਾ, ਜੀਵਨ ਮੁਕਤ ਕਹਾਵੈ। ਉਹ ਜੀਵਨ ਮੁਕਤੀ ਦੀ ਅਵਸਥਾ ਹਾਸਲ ਕਰ। ਤੋ ਬਹੁਤਾਤ ਮਤਾਂ ਵਿੱਚ ਇਹ ਪਰੰਪਰਾ ਮਰਨ ਤੋਂ ਬਾਅਦ ਮੁਕਤ, ਪਰ ਇੱਥੇ ਸਤਿਗੁਰੂ ਜੀਵਨ ਮੁਕਤੀ ਦਾ ਸੰਕਲਪ ਬਿਆਨ ਕਰਦੇ ਨੇ। ਔਰ ਜੀਵਨ ਮੁਕਤੀ ਦਾ ਸੰਕਲਪ ਹੈ ਜੀਵਤ ਹੀ ਸੁਚੇਤ ਰੂਪ ਵਿੱਚ ਜ਼ਿੰਦਗੀ ਨੂੰ ਜੀਣਾ, ਆਤਮਿਕ ਚੇਤਨਾ ਦੇ ਵਿੱਚ ਰਹਿਣਾ, ਅਗਿਆਨ ਜਿਹੜਾ ਜੀਵਨ ਆਪਣੇ ਵਜੂਦ ਪ੍ਰਤੀ ਹੈ, ਆਪਣੇ ਸਿਰਜਣਹਾਰ ਪ੍ਰਤੀ ਹੈ, ਉਸ ਅਗਿਆਨ ਤੋਂ ਮੁਕਤ ਹੋ ਜਾਣਾ। ਔਰ ਵਿਸ਼ੇ ਵਿਕਾਰ ਔਰ ਭਰਮ ਸੰਦੇਹ ਸੰਸ਼ੇ ਜਿਹੜੇ ਉਸ ਅਗਿਆਨਤਾ ਕਰਕੇ ਸਾਡੇ ਗਲ ਪੈਂਦੇ ਹਨ, ਉਹਦੇ 'ਚੋਂ ਜਿਹੜੇ ਦੁੱਖ ਨਿਕਲਦੇ ਹਨ, ਉਸ ਅਗਿਆਨ 'ਚੋਂ ਉਹਨਾਂ ਤੋਂ ਮੁਕਤ ਹੋ ਜਾਣਾ, ਉਹ ਜੀਵਨ ਮੁਕਤ ਅਵਸਥਾ ਹੈ। ਉਸ ਨੂੰ ਉਹ ਜੀਵ ਹਾਸਲ ਕਰ ਲੈਂਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਮੁਬਾਰਕ ਪਾਵਨ ਸ਼ਬਦ ਜੋ ਇਸ ਵਿੱਚ ਸਤਿਗੁਰੂ ਨੇ ਸਾਨੂੰ ਜੀਵਨ ਜਾਚ ਦ੍ਰਿੜ ਕਰਾਈ ਹੈ, ਜੋ ਜੁਗਤ ਦੱਸੀ ਹੈ, ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਸਾਡੇ ਸਾਰਿਆਂ ਦੇ ਜੀਵਨ ਦਾ ਹਿੱਸਾ ਬਣੇ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਐਸੀ ਕਿਰਪਾ, ਐਸੀ ਬਖਸ਼ਿਸ਼ ਸਾਡੇ ਸਭਨਾਂ ਉੱਪਰ ਕਰਨ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।